ਤੇ ਸਭ ਤੋਂ ਵੱਡੀ ਖਬਰ ਇੱਕ ਹੋਰ ਨਿਕਲ ਕੇ ਆ ਰਹੀ ਹੈ। ਗੋਲਡੀ ਬਰਾੜ ਦੇ ਨੇਪਾਲ ਕਨੈਕਸ਼ਨ ਦਾ ਬਹੁਤ ਵੱਡਾ ਖੁਲਾਸਾ ਹੋਇਆ ਹੈ। ਗੋਲਡੀ ਬਰਾੜ ਨੇ ਤਿੰਨੇ ਮੁਲਜ਼ਮਾਂ ਨੂੰ ਨੇਪਾਲ ਵਿੱਚ ਠਹਿਰਾਇਆ ਸੀ। ਦੀਪਕ ਮੁੰਡੀ ਸਣੇ 2 ਮੁਲਜ਼ਮਾਂ ਤੇ ਫੋਨ ਵੀ ਬਰਾਮਦ ਹੋ ਚੁੱਕੇ ਨੇ। ਨੇਪਾਲ ਤੋਂ ਜਾਲੀ ਪਾਸਪੋਰਟ ਦੇ ਜ਼ਰੀਏ ਕਜ਼ਾਕਿਸਤਾਨ ਇਹ ਲੋਕ ਜਾਣਾ ਚਾਹੁੰਦੇ ਸੀ, ਪਰ ਕਿਵੇਂ ਪੰਜਾਬ ਦੀ ਪੁਲਿਸ, ਦਿੱਲੀ ਦੀ ਪੁਲਿਸ, ਇੰਟੈਲੀਜੈਂਸ ਵਿੰਗ ਦੇ ਜੁਆਇੰਟ ਆਪਰੇਸ਼ਨ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਨੇਪਾਲ ਤੋਂ ਸਭ ਤੋਂ ਵੱਡੀ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੀ ਪੁਲਿਸ ਦਾ ਮੰਨਣਾ ਹੈ, ਪੁਲਿਸ ਸੋਰਸਿਸ ਮੰਨ ਰਹੇ ਨੇ ਕਿ ਕੈਨੇਡਾ ਵਿੱਚ ਬੈਠਾ ਗੋਲਡੀ ਬਰਾੜ ਨੇਪਾਲ ਤੱਕ ਵੀ ਆਪਣੀ ਮਾਰ ਪਾ ਰਿਹਾ ਸੀ। ਕਿਵੇਂ ਉਸਨੇ ਇਹਨਾਂ ਨੂੰ ਲੁਕਾਉਣ ਵਿੱਚ ਸਫਲਤਾ ਹਾਸਲ ਕੀਤੀ। ਹਾਲਾਂਕਿ ਇਸ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਜਿੱਥੇ ਸਭ ਤੋਂ ਵੱਡੀ ਚਰਚਾ ਇਹ ਬਣੀ ਹੋਈ ਹੈ ਕਿ ਇੱਕ ਟਵੀਟ ਵੀ ਜਿਹੜਾ ਉਹ ਸਾਹਮਣੇ ਆਇਆ ਸੀ। ਦੇਵਾਨੰਦ ਇਸੇ ਖਬਰ ਤੇ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਦੇਵਾਨੰਦ, ਸਭ ਤੋਂ ਵੱਡੀ ਖਬਰ ਤਾਂ ਚਲੋ ਠੀਕ ਹੈ, 6 ਦਿਨ ਦਾ ਰਿਮਾਂਡ ਮਿਲਿਆ ਹੈ, ਪਰ ਗੋਲਡੀ ਬਰਾੜ ਕਿਵੇਂ ਆਖਰਕਾਰ ਇਹਨਾਂ ਲੋਕਾਂ ਨੂੰ ਚਲਾ ਰਿਹਾ ਸੀ? ਕਤਲ ਤੋਂ ਲੈ ਕੇ ਕਤਲ ਦੇ ਮੁਜਰਮਾਂ ਨੂੰ ਬਚਾਉਣ ਵਾਸਤੇ ਐਡੀ ਵੱਡੀ ਸਾਜ਼ਿਸ਼ ਆ। ਪੰਜਾਬ ਪੁਲਿਸ ਨੂੰ 100 ਦਿਨ ਲੱਗੇ ਨੇ ਅਰੈਸਟ ਕਰਨ ਨੂੰ। बिल्कुल कृष्ण दस देगी क्योंकि इस तरह लग रहा है जिस तरह पूरी जी की है उत्थों बैठा गोल्डी बराड़ इन्हों पूरा हैंडल कर रहा सी, पूरा जोड़ा की है रहन का प्रबंध कर रहा सी, इन्हों जो पैसे भी मुहैया करवा रहा सी। क्योंकि हुण जो पुलिस सोर्स साडे दस रहे हैं कि गोल्डी बराड़ नेपाल का कनैक्शन है जोड़ा ਉਹਦੇ ਵਿੱਚ ਵੱਡੇ ਖੁਲਾਸੇ ਹੋਏ ਨੇ। ਗੋਲਡੀ ਬਰਾੜ ਨੇ ਜਿਹੜਾ ਜਾਪਾ ਨੇਪਾਲ ਦਾ ਇਸਟਰਨ ਇਲਾਕਾ ਹੈ, ਉੱਥੋਂ ਗੋਲਡੀ ਬਰਾੜ ਨੇ ਜਿਹੜਾ ਸ਼ੂਟਰਾਂ ਨੂੰ ਤਿੰਨੇ ਸ਼ੂਟਰਾਂ ਤੋਂ ਠਹਿਰਾਇਆ ਸੀਗਾ ਤੇ ਨਾਲ ਹੀ ਜਿਹੜੇ ਫੋਨ ਬਰਾਮਦ ਜਿਹੜੇ ਰੋਪੀਆਂ ਕੋਲੋਂ ਕੀਤੇ ਨੇ ਤੇ ਉਹਨਾਂ ਵਿੱਚ ਨੇਪਾਲ ਨਕਲੀ ਪਾਸਪੋਰਟ ਜਰੀਏ ਕਾਜ਼ਕਿਸਤਾਨ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਭੱਜਣ ਦੀ ਫਰਾਗ ਤਿੰਨੇ ਰੋਪੀ ਪਾਸਪੋਰਟ ਪਹਿਲਾਂ ਹੀ ਭਰੇ ਹੋਏ ਸੀ, ਕਿਉਂਕਿ ਪਹਿਲੇ ਫਰਜ਼ੀ ਪਾਸਪੋਰਟ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਗੋਲਡੀ ਬਰਾੜ ਨੇ ਜਿਹੜਾ ਇੱਕ ਗੱਲ ਕਰੀਏ ਇਹਨਾਂ ਨੇ ਇੱਕ ਫੋਨ ਤੇ ਗੱਲਬਾਤ ਕੀਤੀ ਸੀ। ਗੋਲਡੀ ਬਰਾੜ ਦੀਪਕ ਮੁੰਡੀ ਦੇ ਕਪਿਲ ਰਜਿੰਦਰ ਲਗਾਤਾਰ ਟੱਚ ਸੀ ਕਿਉਂਕਿ ਸ਼ੂਟਰ ਬੜੇ ਚਲਾਕ ਸੀ ਤੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਜਿਸ ਫੋਨ ਤੇ ਉਹਨਾਂ ਨੇ ਗੋਲਡੀ ਬਰਾੜ ਨਾਲ ਗੱਲ ਕੀਤੀ ਉਸ ਫੋਨ ਨੂੰ ਵੀ ਟਿਕਾਣੇ ਲਗਾ ਦਿੱਤਾ ਗਿਆ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਗਈ ਸੀ ਗੋਲਡੀ ਬਰਾੜ ਨਾਲ ਉਹ ਫੋਨ ਵੀ ਇਹਨਾਂ ਨੇ ਇੱਕ ਪਾਸੇ ਟਿਕਾਣੇ ਲਗਾ ਦਿੱਤਾ ਗਿਆ। ਅਜੇ ਤੱਕ ਜਿਹੜੀ ਹੈ ਪੁਲਿਸ ਉਹ ਫੋਨ ਨੂੰ ਰਿਕਵਰ ਕਰਨ ਲੱਗ ਰਹੀ ਹੈ ਤੇ ਉਹਦੇ ਕੁਝ ਜਿਹੜਾ ਫੋਨ ਮਿਲਿਆ ਉਹਨਾਂ ਵਿੱਚ ਕਾਫੀ ਜਾ ਰਹੀਆਂ ਵੀਡੀਓਜ਼ ਨੇ, ਕਾਫੀ ਇਹ ਜ਼ਿਆਦਾ ਡਾਟਾ ਜਿਹੜਾ ਮਿਲ ਸਕਦਾ ਹੈ ਕਿਉਂਕਿ ਗੋਲਡੀ ਬਰਾੜ ਨਾਲ ਸੰਪਰਕ ਉਹ ਲਗਾਤਾਰ ਗੋਲਡੀ ਬਰਾੜ ਹੈ ਇਹਨਾਂ ਨਾਲ ਸੰਪਰਕ 'ਚ ਵਿੱਚ ਸੀ ਤੇ ਇਹਨਾਂ ਨੂੰ ਉੱਥੋਂ ਨਕਲੀ ਪਾਸਪੋਰਟ ਬਣਵਾ ਕੇ ਉੱਥੋਂ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀ ਕਿ ਨੇਪਾਲ ਜਿਹੜੀ ਕਿਤੇ ਭਜਾਇਆ ਜਾਵੇ। ਗੋਲਡੀ ਬਰਾੜ ਲਗਾਤਾਰ ਇਹਨਾਂ ਟੱਚ ਵਿੱਚ ਸੀ ਤੇ ਕੋਈ ਤਿੰਨੇ ਰੋਪੀ ਜਿਹੜੇ ਕਜ਼ਾਕਿਸਤਾਨ ਭਾਗਣ ਦੀ ਫਰਾਕ ਵਿੱਚ ਸੀ ਅਤੇ ਫਰਜ਼ੀ ਪਾਸ ਬਣਾਉਣ ਦਾ ਜੁਗਾੜ ਲਾ ਰਹੇ ਸੀ, ਫਰਜ਼ੀ ਪਾਸਪੋਰਟ ਬਣਾਉਣ ਦਾ ਜੁਗਾੜ ਲਗਾ ਰਹੇ ਸੀ। ਨੇਪਾਲ ਦੇ ਤਿੰਨੇ ਗੋਲਡੀ ਜਾਣਕਾਰ ਸ਼ੈਲਟਰ ਦਿੱਤਾ ਕਿ ਨੇਪਾਲ ਤਿੰਨਾਂ ਨੂੰ ਗੋਲਡੀ ਬਰਾੜ ਨੇ ਛੱਡ ਦਿੱਤਾ ਕਿਉਂਕਿ ਉੱਥੇ ਜਾਣਕਾਰ ਸੀ। ਕਿਉਂਕਿ ਦੱਸ ਗਈ ਰਜਿੰਦਰ ਜਿਹੜਾ ਕੀ ਹੈ ਸਭ ਤੋਂ ਪਹਿਲਾਂ ਰਜਿੰਦਰ ਜੋਕਰ ਨੇਪਾਲ ਪਹੁੰਚਾ, ਉਸ ਤੋਂ ਬਾਅਦ ਮੁੰਡੀ ਅਤੇ ਦੂਜੇ ਸਾਥੀ ਨਾਲ ਪਹੁੰਚੇ। ਸਭ ਤੋਂ ਪਹਿਲਾਂ ਉੱਥੇ ਜਿਹੜਾ ਜੋਕਰ ਪਹੁੰਚਦਾ, ਉਸ ਤੋਂ ਬਾਅਦ ਜਿਹੜਾ ਦੀਪਕ ਮੁੰਡੀ ਅਤੇ ਨਾਲ ਦੇ ਸਾਥੀ ਪਹੁੰਚਦੇ ਨੇ, ਤਿੰਨੋਂ ਜਾਣੇ ਇਕੱਠੇ ਹੁੰਦੇ ਨੇ। ਇਹ ਤਾਂ ਸਿੱਧਾ ਜ਼ਾਹਰ ਹੁੰਦਾ ਕਿ ਗੋਲਡੀ ਬਰਾੜ ਲਗਾਤਾਰ ਹੈ ਇੰਨੇ ਦਿਨਾਂ ਤੋਂ ਉਹਨਾਂ ਨਾਲ ਟੱਚ ਸੀ, ਉਹਨਾਂ ਨੂੰ ਸ਼ਟਰ ਕਰਾ ਰਿਹਾ ਸੀ, ਉਹਨਾਂ ਨੂੰ ਠਹਿਰਾ ਰਿਹਾ ਸੀ ਅਤੇ ਹਰ ਤਰ੍ਹਾਂ ਦਾ ਮੁਹੱਈਆ, ਕਿਉਂਕਿ ਕਈ ਤਰ੍ਹਾਂ ਦੇ ਖੁਲਾਸੇ ਹੋਣੇ ਬਾਕੀ ਨੇ। ਕਾਫੀ ਲੰਬੀ ਚੌੜੀ ਲਿਸਟ ਹੈ, ਸਵਾਲ ਆ ਜਿਹੜੇ ਨੇ ਦੀਪਕ ਮੁੰਡੀ ਤੋਂ ਪੁੱਛ ਰਹੇ ਨੇ ਕਿ ਆਖਰਕਾਰ ਗੋਲਡੀ ਬਰਾੜ ਨਾਲ ਕਿੰਨੇ ਚੀਜ਼ਾਂ ਦਾ ਸੰਪਰਕ ਸੀ ਅਤੇ ਕਿਹੜੇ ਲੋਕ ਸੀ ਜਿਹੜੇ ਦੇ ਮਗਰ ਸੀ। ਕਿਉਂਕਿ ਸ਼ਟਰ ਕੀਤਾ ਗਿਆ, ਨੇਪਾਲ ਤੱਕ ਪਹੁੰਚ ਗਏ ਕਿਉਂਕਿ ਇੱਥੋਂ ਪਹਿਲਾਂ ਜਿਹੜੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਉੱਥੇ ਪਿੰਡ 'ਚ ਘੁੰਮ ਰਹੇ ਸੀ, ਉਸ ਤੋਂ ਬਾਅਦ ਅੰਮ੍ਰਿਤਸਰ ਦੇ ਏਰੀਏ 'ਚ ਘੁੰਮ ਰਹੇ ਸੀ, ਲੇਕਿਨ ਇੱਕੋ ਦਮ ਜਿਹੜਾ ਉਹ ਇੱਥੋਂ ਤੱਕ ਪਹੁੰਚ ਜਾਂਦੇ ਨੇ। ਗੋਲਡੀ ਬਰਾੜ ਦੇਖਿਆ ਜਾ ਰਿਹਾ ਕਿ ਪੂਰਾ ਟੱਚ ਸੀ। ਜਦੋਂ ਇਹਨਾਂ ਨੂੰ ਫੜਿਆ ਜਾਂਦਾ ਉਸ ਤੋਂ ਬਾਅਦ ਗੋਲਡੀ ਬਰਾੜ ਕੋਲ ਪੋਸਟ ਵੀ ਪਾਈ ਜਾਂਦੀ ਆ, ਦੇਖਿਆ ਜਾ ਰਿਹਾ ਕਿ ਉਹ ਇੱਕ ਡਰਿਆ ਹੋਇਆ ਹੈ ਕਿਉਂਕਿ ਇਹਦੇ ਮਨ 'ਚ ਇੱਕ ਡਰ ਹੈ ਵੀ ਉਹਨਾਂ ਨੂੰ ਠੀਕ ਠਾਕ ਹੈ ਜਿਹੜਾ ਉੱਥੇ ਪਹੁੰਚਾਇਆ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਤੇ ਗੋਲਡੀ ਬਰਾੜ ਨੂੰ ਲਿਆਉਣ ਲਈ ਵੀ ਜਿਹੜੇ ਐਕਸਟ੍ਰਾਡੀਸ਼ਨ ਹੈ ਉਹਦੀ ਵੀ ਕਾਰਵਾਈ ਚੱਲ ਰਹੀ ਹੈ। ਬਹੁਤ ਜਲਦ ਜਿਹੜਾ ਗੋਲਡੀ ਬਰਾੜ ਵੀ ਇਹ ਲਿਆਂਦਾ ਜਾਵੇਗਾ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਪਰ ਪਰਿਵਾਰ ਦੀ ਸਹਿਮਤੀ ਕੀ ਹੈ ਦੇਵਾਨੰਦ? ਅਕਸਰ ਤੁਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ, ਪਰਿਵਾਰ ਦੇ ਜਿਹੜੇ ਮੈਂਬਰ ਨੇ ਪੁਲਿਸ ਕਾਰਵਾਈ ਤੋਂ ਕਿੰਨੇ ਕੁ ਸੰਤੁਸ਼ਟੀ ਜ਼ਾਹਰ ਕਰ ਰਹੇ ਹਨ? ਕ੍ਰਿਸ਼ਨ, ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਕੱਲ ਵੀ ਅਸੀਂ ਸੂਰਜ ਕੱਲ ਵੀ ਗੱਲ ਕਹਿ ਰਹੇ ਸੀ ਕਿ ਅਸੀਂ ਜਿਹੜਾ ਕਿ ਪੁਲਿਸ ਕਾਰਵਾਈ ਕਰ ਰਹੀ ਹੈ ਬਿਲਕੁਲ ਠੀਕ ਹੈ, ਲੇਕਿਨ ਇਹਨਾਂ ਨੂੰ ਅੰਜਾਮ ਦੇਣਾ ਚਾਹੀਦਾ। ਉਹ ਤਾਂ ਫਾਂਸੀ ਤੱਕ ਦੀ ਸਜ਼ਾ ਦੀ ਗੱਲ ਕਰਦੇ, ਲੇਕਿਨ ਪਰਿਵਾਰ ਵਾਲੇ ਕੱਲ ਹੋਰ ਕਹੀ ਗਈ ਜਿਹੜੀ ਅਸੀਂ ਕੱਲ ਵੀ ਗੱਲ ਕੀਤੀ ਸੀ ਫਾਸਟ ਟਰੈਕ ਕੋਰਟ ਦੀ ਗੱਲ ਕੀਤੀ ਵੀ ਫਾਸਟ ਟਰੈਕ ਕੋਰਟ 'ਚ ਕੇਸ ਚਲਾਇਆ ਜਾਵੇ। ਉਸ ਤੋਂ ਬਾਅਦ ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਬਲਕੌਰ ਸਿੰਘ ਨੇ ਉਹ ਵੀ ਇਹ ਕਹਿੰਦੇ ਨਜ਼ਰ ਆਏ ਨੇ ਕਿ ਜਿਹੜੇ ਚਿੱਟੇ ਕੱਪੜਿਆਂ 'ਚ ਲੋਕ ਨੇ ਉਹਨਾਂ ਦਾ ਵੀ ਜਿਹੜਾ ਕੀ ਆ ਜ਼ਿਕਰ ਕਰਨਾ ਚਾਹੀਦਾ ਹੈ, ਕਿਉਂਕਿ ਆਖਰਕਾਰ ਅਸਲਾ ਕਿੱਥੋਂ ਆਇਆ। ਪੁਲਿਸ ਦੇ ਅੱਗੇ ਹਜੇ ਕਾਫੀ ਚੁਣੌਤੀਆਂ ਨੇ ਵੀ ਅਸਲਾ ਕਿਸ ਨੇ ਸਪਲਾਈ ਕੀਤਾ, ਅਸਲੇ ਦਾ ਪੈਸਾ ਕਿਸ ਨੇ ਦਿੱਤਾ, ਕੌਣ ਲੋਕ ਸੀ ਜਿਹੜਾ ਅਸਲਾ ਦੇ ਗਏ। ਇਹ ਵੀ ਇੱਕ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ, ਉਹ ਵੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ। ਆਖਰਕਾਰ ਅਸਲੇ ਲਈ ਕੌਣ ਲੋਕ ਸੀ ਜਿਨ੍ਹਾਂ ਨੇ ਮੁਹੱਈਆ ਕਰਵਾਇਆ, ਕਿੰਨਾ ਨੇ ਪੈਸਾ ਦਿੱਤਾ, ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜਾ ਕਿ ਲੋਰੈਂਸ ਉਹਦਾ ਜੇਲ੍ਹ 'ਚ ਬੈਠਾ ਸੀ
ਉਹਨੇ ਤਾਂ ਅੱਗੇ ਜੇ ਗੱਲ ਕੀਤੀ ਹੈ ਤਾਂ ਗੋਲਡੀ ਬਰਾੜ ਨੇ ਕਿੰਨਾ ਲੋਕਾਂ ਨੂੰ ਕਹਿ ਕੇ ਅਸਲਾ ਤੇ ਪੈਸਾ ਜਿਹੜਾ ਇੱਥੇ ਭੇਜਿਆ ਤੇ ਪਰਿਵਾਰ ਇਸ ਗੱਲ ਤੇ ਕਿਤੇ ਨਾ ਕਿਤੇ ਨਾਰਾਜ਼ਗੀ ਜਤਾ ਰਿਹਾ ਕਿ ਜਿਹੜੇ ਪਿੱਛੇ ਲੋਕ ਨੇ, ਅਸਲੀ ਲੋਕ ਨੇ, ਉਹਨਾਂ ਨੂੰ ਵੀ ਸਾਹਮਣੇ ਲਿਆਂਦਾ ਜਾਵੇ। ਕੇਵਲ ਜੇਲ੍ਹਾਂ ਭਰਨ ਦਾ ਕੰਮ ਨਾ ਕੀਤਾ ਜਾਵੇ, ਹੋਰ ਜਿਹੜੇ ਅਸਲੀ ਲੋਕ ਨੇ, ਚਿਹਰੇ ਨੇ, ਉਹ ਵੀ ਸਾਹਮਣੇ ਆਉਣੇ ਚਾਹੀਦੇ ਨੇ। ਸੋ ਬਹੁਤ ਵੱਡੀ ਜਿਹੜੀ ਚਰਚਾ ਹੋ ਰਹੀ ਹੈ, ਪਰ ਜਿਸ ਹਿਸਾਬ ਨਾਲ ਨੇਪਾਲ ਕਨੈਕਸ਼ਨ ਸੀ, ਦੇਖੋ ਇੱਕ ਤਸਵੀਰ ਵੀ ਜਨਤਕ ਹੁੰਦੀ ਹੈ, ਇਹ ਸ਼ੂਟਰ, ਇਹ ਗੈਂਗਸਟਰ ਤਸਵੀਰ ਖਿੱਚ ਕੇ ਗੋਲਡੀ ਬਰਾੜ ਨੂੰ ਭੇਜਦੇ ਨੇ ਤੇ ਫਿਰ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ। ਪੰਜਾਬ ਪੁਲਿਸ ਨੂੰ ਨਸੀਹਤ ਦਿੱਤੀ ਜਾਂਦੀ ਹੈ ਕਿ ਸਾਡੇ ਭਰਾਵਾਂ ਦਾ ਖਿਆਲ ਰੱਖਿਆ ਜਾਵੇ ਜਿਵੇਂ ਕੋਈ ਜੰਗ ਜਿੱਤ ਕੇ ਇਹ ਲੋਕ ਆਏ ਹੋਣ। ਪਰ ਇੱਕ ਪਾਸੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੰਜਾਬ ਦੀ ਪੁਲਿਸ ਨੇ ਛਾਪੇਮਾਰੀ ਕੀਤੀ। ਕਜ਼ਾਕਿਸਤਾਨ ਦਾ ਇਹਨਾਂ ਦਾ ਪਲਾਨ ਸੀ। ਗੋਲਡੀ ਬਰਾੜ ਦੇ ਸੰਪਰਕ ਵਿੱਚ ਇਹ ਲੋਕ ਸੀ ਜਿਹੜਾ ਕਿ ਕਨੈਕਸ਼ਨ ਆ ਪੰਜਾਬ ਦੀ ਪੁਲਿਸ ਦੇ ਹੱਥ ਲੱਗਿਆ ਹੈ। ਨੇਪਾਲ ਤੋਂ ਇਹਨਾਂ ਲੋਕਾਂ ਨੂੰ ਚੱਕਣ ਦਾ ਕੰਮ ਪੰਜਾਬ ਦੀ AGTF ਨੇ ਕੀਤਾ ਹੈ, ਦਿੱਲੀ ਦੀ ਪੁਲਿਸ ਨੇ ਕੀਤਾ ਹੈ। ਪਰ ਇੱਕ ਪਾਸੇ ਕਨੈਕਸ਼ਨ ਲਗਾਤਾਰ ਬਣਦੇ ਜਾ ਰਹੇ ਨੇ। ਆਖਰਕਾਰ ਇਹਨਾਂ ਕਨੈਕਸ਼ਨਾਂ ਨੂੰ ਰੋਕਣ ਦਾ ਕੰਮ ਪੰਜਾਬ ਦੀ ਪੁਲਿਸ ਕਦੋਂ ਕਰੇਗੀ? ਕੋਈ ਟਾਈਮ ਬਾਉਂਡ ਕਾਰਵਾਈ ਹੈ? ਕਿਉਂਕਿ ਪੰਜਾਬ ਪੁਲਿਸ ਤੇ ਇਕੱਲੇ ਵੱਸ ਦੀ ਗੱਲ ਨਹੀਂ, ਕੇਂਦਰ ਦੀ ਸਰਕਾਰ, ਇੰਟਰਪੋਲ ਦੀ ਮਦਦ ਨਾਲ ਹੀ ਇਹਨਾਂ ਨੂੰ ਵਾਪਸ ਲਿਆ ਜਾ ਸਕਦਾ ਜੇ ਕੋਈ ਠੋਸ ਸਬੂਤ ਗੋਲਡੀ ਬਰਾੜ ਦੇ ਖਿਲਾਫ ਪੰਜਾਬ ਦੀ ਪੁਲਿਸ ਕੋਲ ਹੋਣਾ। ਉਸ ਕੇਸ ਵਿੱਚ ਜਿਹੜੀ ਇਹਦੀ ਐਕਸਟ੍ਰਾਡੀਸ਼ਨ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ, ਉਹਦੇ ਲਈ ਹੁਣ ਜਿਹੜੀ ਕੀ ਹੈ ਪੂਰੇ ਜਿਹੜੇ ਸਬੂਤ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ। ਕਿਉਂਕਿ ਹਜੇ ਤੱਕ ਤਾਂ ਪੰਜਾਬ ਪੁਲਿਸ ਦੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕਾਨੂੰਨੀ ਪ੍ਰਕਿਰਿਆ ਨਹੀਂ ਪੂਰੀ ਹੋਈ। ਆਖਰਕਾਰ ਜੇ ਅਗਰ ਇੰਟਰਪੋਲ ਜਰੀਏ ਲਿਆਂਦਾ ਵੀ ਜਾਂਦਾ, ਅਗਰ ਉਹਨੂੰ ਉੱਥੇ ਬਾਹਰ ਫੜਿਆ ਜਾਂਦਾ, ਇਹਨਾਂ ਕੋਲ ਹਜੇ ਤੱਕ ਆਇਡੈਂਟੀ ਪ੍ਰੂਫ ਹੈ ਜਿਹੜੇ ਉਹ ਇਕੱਠੇ ਕਰ ਰਹੀ ਹੈ। ਕਿਉਂਕਿ ਆਖਰਕਾਰ ਇੱਕਦਮ ਉਹ ਆਇਡੈਂਟੀ ਦੇਣੀ ਪਏਗੀ। ਆਖਰ ਇਹ ਗੋਲਡੀ ਬਰਾੜ ਆ। ਹੁਣ ਗੋਲਡੀ ਬਰਾੜ ਲਈ ਇਹਨਾਂ ਨੂੰ ਪਾਸਪੋਰਟ ਦਫ਼ਤਰ ਦੀਆਂ ਕਾਪੀਆਂ ਤੇ ਫਿੰਗਰਪ੍ਰਿੰਟਸ, ਆਈਜ਼ ਦੀ ਜਿਹੜੀ ਸਕੈਨ ਹੁੰਦਾ, ਉਹ ਸਾਰੇ ਡਾਕੂਮੈਂਟ ਆ ਜਿਹੜੀ ਉਹਦੀ ਪ੍ਰਕਿਰਿਆ ਉਹ ਫਰੀਦਕੋਟ ਪੁਲਿਸ ਵੱਲੋਂ ਵੀ ਕੀਤੀ ਜਾ ਰਹੀ ਹੈ। ਹਰ ਤਰ੍ਹਾਂ ਦੀ ਬਰੀਕੀ ਨਾਲ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਆਖਰਕਾਰ ਗੋਲਡੀ ਬਰਾੜ ਦਾ ਪਾਸਪੋਰਟ ਕਿੱਥੋਂ ਬਣਿਆ, ਕਿਵੇਂ ਗਿਆ ਤੇ ਉਹਦੇ ਫਿੰਗਰਪ੍ਰਿੰਟ ਕੋ ਹਜੇ ਤੱਕ ਤਾਂ ਪੁਲਿਸ ਜਿਹੜੀ ਕਾਰਵਾਈ ਵਿੱਚ ਲੱਗੀ ਹੈ। ਐਕਸਟ੍ਰਾਡੀਸ਼ਨ ਦੀ ਗੱਲ ਕਰੀਏ ਕਿ ਅਦਾਲਤ ਕੇਸ ਹੁੰਦਾ ਉਹਦੇ ਵੀ ਟਾਈਮ ਲੱਗ ਸਕਦਾ ਹੈ ਤੇ ਲੇਕਿਨ ਆਖਰਕਾਰ ਜਿਹੜੀ ਤਿਆਰੀ ਆ ਪੰਜਾਬ ਪੁਲਿਸ ਨੇ ਵਿੱਢ ਲਈ ਹੈ, ਸ਼ੁਰੂ ਕਰ ਲਈ ਹੈ ਵੀ ਸਾਰੇ ਦੇ ਫਿੰਗਰਪ੍ਰਿੰਟ ਦੀ ਮਿਲਾਨ ਕੀਤਾ ਜਾ ਰਿਹਾ। ਪਾਸਪੋਰਟ ਆਫਿਸ ਨੇ ਚਿੱਠੀਆਂ ਕੱਢੀਆਂ ਗਈਆਂ ਨੇ, ਸਾਰੇ ਜਿਹੜੇ ਨੇ ਡਾਕੂਮੈਂਟ ਨੇ ਉਹ ਪੂਰੇ ਕੀਤੇ ਜਾ ਰਹੇ ਨੇ। ਕਿਉਂਕਿ ਕਾਫੀ ਲੰਬਾ ਚੌੜਾ ਪ੍ਰੋਸੀਜਰ ਹੁੰਦਾ ਕਾਨੂੰਨੀ ਪ੍ਰਕਿਰਿਆ, ਕਿਉਂਕਿ ਐਕਸਟ੍ਰਾਡੀਸ਼ਨ ਕਰਾਉਣੀ, ਉਸ ਤੋਂ ਬਾਅਦ ਗੋਲਡੀ ਬਰਾੜ ਨੂੰ ਲੈ ਕੇ ਆਉਣਾ। ਅਜੇ ਤੱਕ ਤਾਂ ਇਹੀ ਨਹੀਂ ਪਤਾ ਵੀ ਗੋਲਡੀ ਬਰਾੜ ਕੈਨੇਡਾ ਚ ਜਾਂ ਕਿਤੇ ਹੋਰ ਹੈ। ਬਿਲਕੁਲ ਹਾਲੇ ਤੱਕ ਇਸ ਚੀਜ਼ ਦਾ ਨਹੀਂ ਪਤਾ, ਪਰ ਇੱਕ ਇੰਟਰਪੋਲ ਦੇ ਜ਼ਰੀਏ ਰੈੱਡ ਕਾਰਨਰ ਨੋਟਿਸ ਜਿਹੜਾ ਉਹ ਕੇਂਦਰ ਦੀ ਹਕੂਮਤ ਦੀ ਸਿਫਾਰਿਸ਼ ਤੇ ਉਹ ਜਾਰੀ ਹੋਇਆ, ਜਿਸ ਦਾ ਮੰਨਣਾ ਹੈ ਕਿ ਜੇ ਕੋਈ ਇਸ ਨਾਮ ਦਾ ਸ਼ਖਸ, ਗੋਲਡੀ ਬਰਾੜ ਨਾਂ ਦਾ ਸ਼ਖਸ, ਇੱਕ ਥਾਂ ਤੋਂ ਦੂਜੀ ਥਾਂ ਤੇ ਸਫ਼ਰ ਕਰੇਗਾ, ਉਸ ਨੂੰ ਗ੍ਰਿਫਤਾਰ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ। ਪਰ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਹੈ? ਦੇਖੋ ਗਰਾਊਂਡ ਪੱਧਰ ਤੇ ਅਸੀਂ ਦੇਖੀਏ ਤਾਂ ਇਸ ਕੇਸ ਨੇ ਪੰਜਾਬੀਆਂ ਦੇ ਹਿਰਦੇ ਵਿਲੁੰਦਰ ਦਾ ਕੰਮ ਕੀਤਾ ਕਿ ਕਿਵੇਂ ਇੱਕ ਸ਼ਖਸ ਨੂੰ ਜਿਸ ਦਾ ਕੱਦ 6 ਫੁੱਟ 4 ਇੰਚ ਸੀ, ਜਿਸ ਨੂੰ ਕੁੱਜੇ 'ਚ ਬੰਦ ਕਰਨ ਦਾ ਕੰਮ ਇਹਨਾਂ ਸ਼ੂਟਰਾਂ ਨੇ ਕੀਤਾ ਹੈ। ਬਿਲਕੁਲ ਕ੍ਰਿਸ਼ਨ, ਕਿਉਂਕਿ ਅਗਲਾ ਜਿਹੜੇ ਲੋਕ ਆ, ਜਿਹੜੇ ਆਪਾਂ ਗੱਲ ਕਰਦੇ ਸੱਤਾਂ ਜਾਂ ਪਿੰਡਾਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਉਹ ਕਹਿੰਦਾ ਕਿ ਇੰਨੇ ਲੋਕ ਆ ਕੇ ਜਿਹੜੇ ਇੰਨੇ ਵਿਅਕਤੀ ਆਉਂਦੇ ਨੇ, 6-7 ਆ ਕੇ ਸ਼ੂਟਰ ਜਿਹੜੇ ਉਹ ਆ ਕੇ ਫਾਇਰਿੰਗ ਕਰਦੇ ਨੇ, ਕਦੇ ਜਿਹੜੇ ਵਿਅਕਤੀ ਦੇ ਆ ਕੇ ਫਾਇਰਿੰਗ ਕਰਦੇ ਨੇ ਤੇ ਇਸ ਤੋਂ ਬਾਅਦ ਜਿਹੜੇ ਕਿਤੇ ਕਾਨੂੰਨੀ ਪ੍ਰਕਿਰਿਆ ਦੇ ਲੋਕ ਜਿਹੜੇ ਸਵਾਲ ਉਠਾ ਰਹੇ ਨੇ। ਆਖਰਕਾਰ ਇੰਨੇ ਦਿਨਾਂ ਬਾਅਦ ਆ ਜਿਹੜੇ ਸ਼ੂਟਰ ਫੜੇ ਜਾਂਦੇ ਨੇ, ਸ਼ਰੇਆਮ ਜਿਹੜਾ ਸਿੱਧੂ ਮੂਸੇਵਾਲੇ ਨੂੰ ਉੱਥੇ ਮਾਰਿਆ ਜਾਂਦਾ, ਉਸ ਤੋਂ ਬਾਅਦ ਲੇਕਿਨ ਪੁਲਿਸ ਜਿਹੜੀ ਕੋਦਮ ਨਾਕਾਬੰਦੀ ਨਹੀਂ ਕਰਦੀ, ਉਸ ਤੋਂ ਬਾਅਦ ਜਿਹੜੇ ਸ਼ੂਟਰ ਭੱਜ ਜਾਂਦੇ ਨੇ ਤੇ ਲੋਕਾਂ ਚਰਚਾ ਕੀ ਆਦਮੀ ਤਾਂ ਫੜੇ ਗਏ ਨੇ ਤੇ ਠੀਕ ਹੈ, ਪੁਲਿਸ ਦੀ ਕਾਰਵਾਈ ਤੋਂ ਕਿਤੇ ਨਾ ਕਿਤੇ ਸੰਤੁਸ਼ਟੀ ਵੀ ਜਤਾ ਰਹੇ, ਲੇਕਿਨ ਮਾਨਸਾ ਪੁਲਿਸ ਲਗਾਤਾਰ ਇਹ ਸਵਾਲ ਉਠਾ ਰਹੇ ਨੇ ਕਿ ਮਾਨਸਾ ਪੁਲਿਸ ਨੇ ਉਸੇ ਵਕਤ ਜਿਹੜੀ ਥੋੜੀ ਐਕਟੀਵਿਟੀ ਨਹੀਂ ਦਿਖਾਈ, ਕੋਈ ਜ਼ਿਆਦਾ ਸੰਜੀਦਗੀ ਨਹੀਂ ਦਿਖਾਈ ਤੇ ਲੇਕਿਨ ਉਸ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲਾ ਦਾ ਪਤਾ ਲੱਗਾ ਲੋਕਾਂ ਜਿਹੜਾ ਕਿ ਧਰਨੇ ਮੁਜ਼ਾਹਰੇ ਸ਼ੁਰੂ ਹੋ ਗਏ, ਕੈਂਡਲ ਮਾਰਚ ਕਰਨਾ ਸ਼ੁਰੂ ਹੋ ਗਏ, ਉਸ ਤੋਂ ਬਾਅਦ ਜਿਹੜਾ ਪ੍ਰੈਸ਼ਰਾਈਜ਼ ਹੋਣਾ ਸ਼ੁਰੂ, ਪ੍ਰੈਸ਼ਰ ਜਿਹੜਾ ਕਿ ਬਿਲਟ ਹੋ ਗਿਆ ਸਰਕਾਰ ਤੇ ਲਗਾਤਾਰ ਜਿਹੜਾ ਉਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ, ਕਈ ਵਿਅਕਤੀਆਂ ਨੂੰ ਫੜਿਆ ਗਿਆ। ਜਿਹਦੀ ਗੱਲ ਕਰੀ ਜਗਰੂਪ ਰੂਪਾ ਤੇ ਮਨੂੰ ਖੁੱਸਾ ਮਾਰੇਗੀ, ਉਦੋਂ ਵੀ ਇੱਕ ਵੀਡੀਓ ਵਾਇਰਲ ਆਈ ਸੀ, CCTV ਇਹ ਫੁਟੇਜ ਸੀਗੀ ਜਿੱਥੋਂ ਮੋਟਰਸਾਈਕਲ ਤੇ ਬਹਿ ਕੇ ਜਾ ਰਹੇ ਸੀਗੇ। ਇਹਦਾ ਮਤਲਬ ਪੰਜਾਬ ਵਿੱਚ ਕਿਤੇ ਨਾ ਕਿਤੇ ਘੁੰਮ ਰਹੇ ਸੀ ਨਾ, ਕਿਉਂਕਿ ਆਖਰਕਾਰ ਪੰਜਾਬ ਪੁਲਿਸ ਜਿਹੜੀ ਆਪਾਂ ਗੱਲ ਕਰਦੇ ਇੰਟੈਲੀਜੈਂਸ ਜਾਂ ਕੋਈ ਹੋਰ ਇਹਨਾਂ ਦੀਆਂ ਏਜੰਸੀਆਂ ਨੇ, ਉਹ ਕਿਤੇ ਨਾ ਕਿਤੇ ਢਿੱਲੀ ਕਾਰਗੁਜ਼ਾਰੀ ਦਾ ਸਾਹਮਣਾ ਕਰਨਾ ਪਿਆ। ਪਿੰਡ ਦੇ ਲੋਕ ਜੇ ਚਰਚਾ ਕਰ ਰਹੇ ਆਖਰਕਾਰ ਜਿਹੜੇ ਇਹਦੇ ਨਾਲ ਲੱਗਦੇ ਸੀ, ਜਿਨ੍ਹਾਂ ਵਿਅਕਤੀਆਂ ਨਾਲ ਸਿੱਧੂ ਮੂਸੇਵਾਲੇ ਦੀ ਨਹੀਂ ਬਣਦੀ ਸੀ, ਜਿਨ੍ਹਾਂ ਦਾ ਨਾਂ ਇਹਨਾਂ ਦੇ ਪਿਤਾ ਵੀ ਲੈ ਰਹੇ ਨੇ ਕਿ ਚਿੱਟੇ ਕੱਪੜਿਆਂ 'ਚ ਲੋਕ ਨੇ, ਉਹਨਾਂ ਦਾ ਨਾਂ ਵੀ ਸਾਹਮਣੇ ਆਵੇ। ਇਹ ਜਿਹੜੇ ਲੋਕ ਪਿੰਡ ਦੇ ਗੱਲਾਂ ਵੀ ਕਰ ਰਹੇ, ਆਖਰਕਾਰ ਸਾਨੂੰ ਅਸਲੀਅਤ ਪਤਾ ਲੱਗਣੀ ਚਾਹੀਦੀ, ਆਖਰਕਾਰ ਇਹਨਾਂ ਨੂੰ ਕਿਹਨੇ ਭੇਜਿਆ, ਕਿਉਂਕਿ ਇਹ ਤਾਂ ਸਿਰਫ ਪੈਸੇ ਤੇ ਆਏ ਨੇ। ਕਿਉਂਕਿ ਨਸ਼ੇ ਤੇ ਕੋਈ ਨਸ਼ਾ ਕਰਦਾ, ਕੋਈ ਪੈਸੇ ਲੈਂਦਾ ਹੈ, ਕੋਈ ਰੈਕੀ ਲਈ ਪੈਸੇ ਲੈਂਦਾ ਵੀ ਮੇਰੇ ਨਸ਼ਾ ਕਰਨਾ ਤੇ ਰੈਕੀ ਕਰਨੀ ਹੈ ਤੇ ਪੈਸੇ ਦੀ ਕੇਕੜੇ ਦੀ ਗੱਲ ਕੀਤੀ ਗਈ ਹੈ।
ਉਸ ਕਰਕੇ ਜਿਹੜੇ ਅਸਲ ਲੋਕ ਨੇ ਉਹਨਾਂ ਦੀ ਗੱਲ ਹੈ ਜਿਹੜੀ ਪਿੰਡ ਦੇ ਲੋਕ ਵੀ ਚਾਹੁੰਦੇ ਨੇ, ਅਸਲ ਲੋਕ ਸਾਹਮਣੇ ਆਉਣੇ ਚਾਹੀਦੇ ਨੇ, ਅਸਲ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਵੀ ਆਖਰਕਾਰ ਇੰਨੀ ਬੇਰਹਿਮੀ ਨਾਲ ਕਿਉਂ ਕਤਲ ਕੀਤਾ ਗਿਆ। ਬਿਲਕੁਲ, ਇਹ ਬਹੁਤ ਵੱਡਾ ਜਿਹੜਾ ਰਾਜ਼ ਹੈ, ਇਸ ਰਾਜ਼ ਨੂੰ ਖੰਗਾਲਣ ਦੀ ਕੋਸ਼ਿਸ਼ ਪੁਲਿਸ ਕਰ ਰਹੀ ਹੈ ਕਿ ਕਤਲ ਕਿਉਂ ਕੀਤਾ ਗਿਆ। ਕਤਲ ਕੀਤਾ ਤਾਂ ਗਿਆ, ਪਰ ਕਿਉਂ ਕੀਤਾ ਗਿਆ? ਕੀ ਲੱਗਦਾ ਨਹੀਂ ਦੇਵਾਨੰਦ ਕਿ ਬਹੁਤ ਵੱਡਾ ਚੈਲੰਜ ਹੈ ਪੰਜਾਬ ਦੀ ਮਾਨਸਾ ਪੁਲਿਸ ਦੇ ਸਾਹਮਣੇ? ਬਿਲਕੁਲ ਕ੍ਰਿਸ਼ਨ, ਸਭ ਤੋਂ ਵੱਡਾ ਚੈਲੰਜ ਹੈ ਕਿਉਂਕਿ ਅਗਰ ਤੱਕ ਇਹ ਰਾਜ ਹੀ, ਕਿਉਂਕਿ ਆਪਾਂ 6 ਸ਼ੂਟਰ ਗੱਲ ਕਰੀਏ, 6 ਸ਼ੂਟਰ ਜਿਹੜੇ ਨੇ ਉਹ ਇਹਨਾਂ ਨੇ ਫੜ ਲਏ ਨੇ। ਸਿਰਫ ਜਿਹੜੀ 4 ਸੀਟ ਵਿੱਚ ਗੱਲ ਕੀਤੀ ਗਈ ਹੈ ਵਿੱਕੀ ਮਿੱਡੂ ਖੇੜਾ ਦਾ ਕਤਲ, ਆਖਰਕਾਰ ਉਹ 'ਚ ਵੀ ਗੱਲ ਨਹੀਂ ਲਿਖੀ ਪੂਰੀ ਵੀ ਆਖਰਕਾਰ ਉਸ ਤੋਂ ਬਾਅਦ ਕਿਉਂ ਗੱਲ ਤੁਰੀ ਵਿੱਕੀ ਮਿੱਡੂ ਖੇੜਾ ਕਤਲ ਦਾ ਬਦਲਾ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਉਹਦੇ ਪਿਓ ਕੇ ਪਿਤਾ ਕਹਿ ਰਹੇ ਨੇ, ਪਿਤਾ ਦਾ ਕਹਿਣਾ ਕਿ ਆਖਰਕਾਰ ਦੂਜੇ ਵਿਅਕਤੀ ਦਾ ਨਾਂ ਵੀ ਸਾਹਮਣੇ ਆਵੇ ਨਾ, ਕਿਉਂਕਿ ਜਿਹੜੇ ਬੰਦੇ ਨੇ ਕਤਲ ਕੀਤਾ ਪਿੰਡ ਦੇ ਲੋਕ ਵੀ ਚਰਚਾ ਕਰ ਰਹੇ ਨੇ ਕਿ ਆਖਰ ਜਿਹੜਾ ਕਤਲ ਹੋਇਆ ਇਹਦੇ ਮਗਰ ਕਾਰਨ ਕੀ ਸੀ, ਕਿਉਂ ਮੇਰੇ ਜਿਹੜੇ ਮੁੰਡੇ ਨੂੰ 6 ਫੁੱਟ ਦੇ ਮੁੰਡੇ ਨੂੰ ਇਸ ਤਰ੍ਹਾਂ ਮਾਰਿਆ ਗਿਆ, ਆਖਰਕਾਰ ਕਿਸ ਦਾ ਮਾੜਾ ਕੀਤਾ ਸੀ, ਕੀ ਉਹਦਾ ਮਸ਼ਹੂਰ ਹੋਣਾ ਮਾੜਾ ਸੀ। ਫਿਰ ਵੀ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਹੈ ਪੰਜਾਬ ਪੁਲਿਸ ਲਈ ਖੜਾ ਕਿ ਆਖਰਕਾਰ ਇਹਨਾਂ ਵਿਅਕਤੀਆਂ ਨੂੰ ਕਿਹਨੇ ਪੈਸੇ ਭੇਜੇ, ਕਿਹਨੇ ਹਥਿਆਰ ਮੁਹੱਈਆ ਕਰਵਾਇਆ, ਮਗਰ ਹੱਥ ਕਿਹਦਾ ਇਹਦੇ, ਕਿਉਂ ਕਤਲ ਕੀਤਾ ਗਿਆ। ਇਹ ਸਵਾਲੀਆ ਨਿਸ਼ਾਨ ਹੈ ਪੰਜਾਬ ਪੁਲਿਸ ਲਈ ਵੀ ਅਤੇ ਮਾਨਸਾ ਪੁਲਿਸ ਲਈ ਵੀ ਹੈ, ਕਿਉਂਕਿ ਚੈਲੰਜ ਇੱਕ ਤਰ੍ਹਾਂ ਵੀ ਇਹ ਕਿਸ ਤਰ੍ਹਾਂ ਸੋਲਵ ਕਰਦੀ ਹੈ, ਕਿਉਂਕਿ ਉਹਦੇ ਪਿਤਾ ਬਾਰ-ਬਾਰ ਪੁਲਿਸ ਨੂੰ ਵੀ ਸਵਾਲ ਪੁੱਛਦੇ ਨੇ ਵੀ ਆਖਰ ਜਿਹੜੇ ਤੁਸੀਂ ਵਿਅਕਤੀ ਫੜੇ ਨੇ ਉਹਨਾਂ ਨੂੰ ਪੁੱਛਿਆ ਜਾਵੇ ਉਹਨਾਂ ਨੂੰ ਕਿਸਨੇ ਕੰਮ ਕਰਨ ਲਈ ਕਿਹਾ, ਕਿਸਨੇ ਅੰਜਾਮ ਦੇਣ ਲਈ ਕਿਹਾ, ਕਿ ਉਹ ਲਗਾਤਾਰ ਹੋਮਲੈਂਡ ਦੀਆਂ ਗੱਲਾਂ ਵੀ ਉਹਦੇ ਪਿਤਾ ਕਰਦੇ ਨਜ਼ਰ ਆ ਰਹੇ ਨੇ। ਤੇ ਕਾਫੀ ਸਵਾਲ ਨੇ ਜਿਹੜੇ ਉਹ ਮਾਨਸਾ ਪੁਲਿਸ ਲਈ ਹਜੇ ਸਵਾਲ ਖੜੇ ਨੇ। ਜਦੋਂ ਤੱਕ ਇਹ ਸਾਫ਼ ਨਹੀਂ ਹੁੰਦਾ ਲੋਕਾਂ ਦੇ ਮਨ 'ਚ ਵੀ ਸ਼ੰਕਾ ਹੀ ਰਹੇਗੀ ਕਿ ਆਖਰਕਾਰ ਅਸਲੀ ਕਾਤਲ ਆ ਉਹ ਕਿੱਥੇ ਨੇ। ਬਿਲਕੁਲ, ਲੋਕਾਂ ਦੇ ਮਨਾਂ 'ਚ ਸ਼ੰਕੇ ਬਹੁਤ ਵੱਡੇ ਨੇ, ਪਰ ਦੇਵਾਨੰਦ ਅਸੀਂ ਦੇਖ ਰਹੇ ਹਾਂ ਕਿ ਵੱਖ-ਵੱਖ ਸ਼ੂਟਰਾਂ ਨੂੰ ਤਾਂ ਫੜਿਆ ਗਿਆ ਹੈ। 4 ਵਿਦੇਸ਼ਾਂ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਫੜਨ ਵਾਸਤੇ ਵੱਡੀ ਜਿਹੜੀ ਉਹ ਪੰਜਾਬ ਦੀ ਪੁਲਿਸ ਚਾਲ ਚੱਲ ਰਹੀ ਹੈ। ਪਰ ਤਿਹਾੜ ਜੇਲ੍ਹ ਦਾ ਇੱਥੇ ਜ਼ਿਕਰ ਕਰਨਾ ਉਹ ਸੁਭਾਵਿਕ ਹੋਏਗਾ, ਜਿੱਥੋਂ ਬੈਠ ਕੇ ਮੁੱਖ ਮੁਲਜ਼ਮ, ਮੁੱਖ ਕੌਂਸਪੀਰੇਟਰ ਪੰਜਾਬ ਪੁਲਿਸ ਦੀ ਤਫਤੀਸ਼ ਦੇ ਮੁਤਾਬਕ ਆ, ਪੰਜਾਬ ਪੁਲਿਸ ਦੇ ਦੱਸਣ ਮੁਤਾਬਕ ਜੋ ਮੁੱਖ ਕੌਂਸਪੀਰੇਟਰ ਹੈ, ਮੁੱਖ ਸਾਜ਼ਿਸ਼ਘਾੜ ਹੈ ਔਰ ਲਾਰੈਂਸ ਹੈ। ਲਾਰੈਂਸ ਕਿਵੇਂ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ, ਕਿਵੇਂ ਡਾਇਰੈਕਸ਼ਨਸ ਦਿੱਤੀਆਂ, ਜੇਲ੍ਹ 'ਚ ਬੈਠ ਕੇ ਕਿਵੇਂ ਬੁਲੰਦਸ਼ਹਰ ਤੋਂ AK-47 ਖਰੀਦ ਲਈ ਗਈ, ਇਹ तमाम ਤਰ੍ਹਾਂ ਦੇ ਸਵਾਲਾਤ ਨੇ ਜਿਹੜੇ ਕਿ ਸਿਸਟਮ ਤੇ ਇੱਕ ਸਵਾਲ ਖੜਾ ਕਰਦੇ ਨੇ ਕਿ ਆਖਰਕਾਰ ਜੇਲ੍ਹਾਂ ਦੀ ਸੁਰੱਖਿਆ ਰੱਬ ਦੇ ਸਹਾਰੇ ਹੈ ਕਿਉਂ ਹੈ। ਬਿਲਕੁਲ ਕ੍ਰਿਸ਼ਨ, ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਤੁਹਾਨੂੰ ਮੈਂ ਸਵਾਲ ਤੇ ਇੱਕ ਦੱਸਦਾ ਕਿ ਜਿਹੜੀ ਗੱਲ ਮਾਸਟਰਮਾਈਂਡ ਗੋਲਡੀ ਬਰਾੜ ਅਤੇ ਇਹਨਾਂ ਨੇ ਲਾਰੈਂਸ ਬਿਸ਼ਨੋਈ ਨੂੰ ਕਿਹਾ ਗਿਆ, ਸਭ ਤੋਂ ਵੱਡੀ ਗੱਲ ਇੱਕ ਪੁਲਿਸ ਦੀ ਵੀ ਜਿਹੜਾ ਚਲਾਨ ਪੇਸ਼, ਜਿਹੜਾ 4 ਸ਼ੀਟ ਦਿੱਤੀ ਹੈ ਉਹਦੇ ਵਿੱਚ ਹੈ, ਤੁਸੀਂ ਦੇਖੋਗੇ ਕਿ ਇੱਕ ਲਿੰਕ ਐਵੀਡੈਂਸ ਦੀ ਗੱਲ ਹੁੰਦੀ। ਲਿੰਕ ਐਵੀਡੈਂਸ ਕਿਸ ਤਰ੍ਹਾਂ ਹੋਏਗਾ? ਲਿੰਕ ਐਵੀਡੈਂਸ ਵਿੱਚ ਲਿਖ ਰਹੇ ਨੇ ਕਿ ਲਾਰੈਂਸ ਬਿਸ਼ਨੋਈ ਦਾ ਜਿਹੜਾ ਪ੍ਰੈਸ ਨੋਟ ਦਿੱਲੀ ਪੁਲਿਸ ਹੈ ਉਹ ਨਾਲ ਨੱਥੀ ਹੈ, ਤੇ ਇੱਕ ਜਿਹੜੀ ਗੱਲ ਕੀਤੀ ਵੀ ਜਿਹੜੇ ਉਹਨਾਂ ਨੇ ਆਪਣਾ ਜ਼ਿੰਮੇਵਾਰੀ ਲਿੱਤੀਆਂ ਉਹਦੇ ਸਕਰੀਨਸ਼ਾਟ ਨਾਲ ਲਾਏ ਨੇ। ਲਿੰਕ ਐਵੀਡੈਂਸ ਕਰਨਾ ਬਹੁਤ ਜ਼ਰੂਰੀ ਹੈ। ਬਿਲਕੁਲ ਤੁਹਾਡਾ ਸਵਾਲ ਸੀ, ਜੇਲ੍ਹਾਂ 'ਚੋਂ ਬੈਠਾ ਅਗਰ ਲਾਰੈਂਸ ਨੇ ਗੋਲਡੀ ਨਾਲ ਗੱਲ ਕੀਤੀ ਹੈ, ਆਖਰਕਾਰ ਉਹ ਮੋਬਾਈਲ ਫੋਨ ਕਿੱਥੇ ਹੈ, ਕਿਸ ਨੇ ਉਹਨੂੰ ਫੋਨ ਅੰਦਰ ਮੁਹੱਈਆ ਕਰਵਾਇਆ। ਤਿਹਾੜ ਜੇਲ੍ਹ ਜਿਹੜੀ ਗੱਲ ਕਰੀਏ, ਮਕੋਕਾ ਲਵਾ ਕੇ ਅੰਦਰ ਬੰਦ ਸੀ ਤਾਂ ਅੰਦਰ ਜੇਲ੍ਹ 'ਚ ਮੋਬਾਈਲ ਕਿਵੇਂ ਗਿਆ, ਮੋਬਾਈਲ ਦੀ ਉਹ ਕਾਰਵਾਈ ਕਿੱਥੇ ਹੈ। ਸਭ ਤੋਂ ਵੱਡਾ ਸਵਾਲ ਤੇ ਨਾ ਲਿੰਕ ਐਵੀਡੈਂਸ ਤੋਂ ਬਾਅਦ ਹੀ ਕੰਮ ਹੋਏਗਾ, ਕੋਈ ਲਿੰਕ ਐਵੀਡੈਂਸ ਹੀ ਨਹੀਂ ਹੈਗਾ। ਅਜੇ ਤੱਕ ਜਿਹੜੀ 4 ਸ਼ੀਟ ਵਿੱਚ ਲਿੰਕ ਐਵੀਡੈਂਸ ਦੀ ਗੱਲ ਕਰੀਏ ਤਾਂ ਸਿਰਫ ਉਹਨਾਂ ਨੇ 4 ਸ਼ੀਟ 'ਚ ਲਿਖਿਆ ਇੱਕ ਪ੍ਰੈਸ ਨੋਟ ਦਿੱਲੀ ਪੁਲਿਸ ਔਰ ਜੋ ਇਹਨਾਂ ਨੇ ਉੱਥੋਂ ਜ਼ਿੰਮੇਵਾਰ ਲਿੱਤੀ ਉਹਦੇ ਸਕਰੀਨਸ਼ਾਟ ਨਾਲ ਲੱਗੇ ਨੇ। ਜੇਲ੍ਹ 'ਚੋਂ ਮੋਬਾਈਲ ਰਿਕਵਰ ਕਰਨਾ ਪਏਗਾ, ਉਸ ਤੋਂ ਬਾਅਦ ਲਿੰਕ ਐਵੀਡੈਂਸ ਬਣਾਉਣਾ ਪਏਗਾ। ਜਿਨ੍ਹਾਂ ਨੇ ਜੇਲ੍ਹ 'ਚ ਮੁਹੱਈਆ ਮੋਬਾਈਲ ਕਰਵਾਇਆ ਉਹਨਾਂ ਦੇ ਅਧਿਕਾਰੀਆਂ ਤੇ ਜੋ ਵੀ ਅਧਿਕਾਰੀ ਨੇ ਉਹਨਾਂ ਦੇ ਕਾਰਵਾਈ ਵੀ ਹੋਣੀ ਸੰਭਵ ਹੈ, ਕਿਉਂਕਿ ਆਖਰਕਾਰ ਲਾਰੈਂਸ ਕੋਲੇ ਜੇਲ੍ਹ 'ਚ ਮੋਬਾਈਲ ਕਿਵੇਂ ਗਿਆ, ਜੇਲ੍ਹ 'ਚ ਉਹਨੇ ਗੋਲਡੀ ਬਰਾੜ ਨਾਲ ਕਿੰਨਾ ਚਿਰ ਗੱਲਬਾਤ ਕੀਤੀ, ਅਗਰ ਕੀ ਹਾਲਾਤ ਸੀ, ਇਹ ਸਾਰੇ ਉਹਨਾਂ ਨੂੰ ਜਿਹੜੇ ਲਿੰਕ ਐਵੀਡੈਂਸ ਲਈ ਸਬੂਤ ਹੈ ਜਿਹੜੇ ਉਹ ਇਕੱਠੇ ਕਰਨੇ ਪੈਣਗੇ। ਦੇਵਾਨੰਦ ਦੇ ਤਾਂ ਬਹੁਤ ਚਿੰਤਾਜਨਕ ਗੱਲ ਹੈ ਕਿ ਲਿੰਕ ਐਵੀਡੈਂਸ ਦਾ ਤਾਂ ਜ਼ਿਕਰ ਇੱਥੇ ਜ਼ਰੂਰ ਹੋਇਆ। ਦੇਖੋ, ਕਿਸੇ ਮੋਬਾਈਲ ਫੋਨ ਦੀ ਰਿਕਵਰੀ ਜਦੋਂ ਘਟਨਾ 'ਚ ਵਰਤੇ ਗਏ ਮੋਬਾਈਲ ਫੋਨ ਨੂੰ ਲੈ ਕੇ ਚਰਚਾ ਹੁੰਦੀ ਹੈ ਕਿ ਕਿਹੜਾ ਫੋਨ ਵਰਤਿਆ ਗਿਆ, ਤਾਂ ਉਸ ਦੀਆਂ CDR ਰਿਪੋਰਟਾਂ ਬਹੁਤ ਇੰਪੋਰਟੈਂਟ ਹੁੰਦੀਆਂ ਨੇ। ਉਸ ਟਾਵਰ ਲੋਕੇਸ਼ਨ ਦਾ ਜ਼ਿਕਰ ਹੁੰਦਾ ਹੈ, ਆਥੋਰਾਈਜ਼ਡ ਅਫਸਰ ਟੈਲੀਕਾਮ ਵਿਭਾਗ ਦਾ ਬਕਾਇਦਾ ਸਾਰੀ ਫਹਿਰਿਸਤ ਤਿਆਰ ਕਰਕੇ ਦਿੰਦਾ ਹੈ। ਜੇ ਹਾਲੇ ਤੱਕ ਲਿੰਕ ਐਵੀਡੈਂਸ ਨੂੰ ਪੰਜਾਬ ਦੀ ਪੁਲਿਸ ਲਿੰਕ ਨਹੀਂ ਕਰ ਸਕੀ ਤਾਂ ਆਖਰਕਾਰ ਜੋੜੇਗੀ ਕਿਵੇਂ? ਜੇ ਮੁੱਖ ਮਾਸਟਰਮਾਈਂਡ ਪੰਜਾਬ ਦੀ ਪੁਲਿਸ ਨੇ ਲਾਰੈਂਸ ਨੂੰ ਮੰਨਿਆ, ਧੜਾ ਧੜ ਰਿਮਾਂਡ ਉਸ ਦੇ ਲਏ ਗਏ, ਤਾਂ ਫਿਰ ਫੋਨ ਕਿਉਂ ਨਹੀਂ ਹਾਲੇ ਤੱਕ ਰਿਕਵਰ ਹੋ ਸਕਿਆ? ਬਿਲਕੁਲ ਕ੍ਰਿਸ਼ਨ, ਬਿਲਕੁਲ ਕਾਨੂੰਨੀ ਮਾਰਾਂ ਵਾਲੀ ਗੱਲ ਹੋਈ ਹੈ। ਕਾਨੂੰਨੀ ਮਾਰਾਂ ਦੀ ਵੀ ਗੱਲ ਕਹਿਣਾ ਕਿ ਆਖਰਕਾਰ ਸਭ ਤੋਂ ਪਹਿਲਾਂ ਤਾਂ ਜੇ ਮੁੱਖ ਮੁਲਜ਼ਮਾਂ ਨੂੰ ਆਪਾਂ ਮਾਸਟਰਮਾਈਂਡ ਮੰਨਦੇ ਤਾਂ ਲਿੰਕ ਐਵੀਡੈਂਸ ਬਿਲਕੁਲ ਜ਼ਰੂਰੀ ਹੈ। ਲਿੰਕ ਐਵੀਡੈਂਸ ਕਿਸ ਤਰ੍ਹਾਂ ਹੋਏਗਾ? ਲਿੰਕ ਐਵੀਡੈਂਸ ਹੋਗਾ ਆਖਰਕਾਰ ਜਦੋਂ ਜੇਲ੍ਹ 'ਚ ਮੋਬਾਈਲ ਮਿਲਦੇ ਨੇ, ਅਸੀਂ ਗੱਲ ਕਰੀਏ ਕਈ ਵਾਰ ਜੇਲ੍ਹਾਂ ਦੀ ਗੱਲ, ਫਰੀਦਕੋਟ ਜੇਲ੍ਹ ਦੀ ਗੱਲ ਕਰੀਏ, ਮੋਬਾਈਲ ਮਿਲਦਾ, ਰਿਕਵਰ ਹੁੰਦਾ, ਉਹਦੀ CDR ਬਣਾਈ ਜਾਂਦੀ ਹੈ, ਉਹਦਾ ਸਾਰਾ ਜਿਹੜਾ ਡਾਟਾ ਇਕੱਠਾ ਕੀਤਾ ਤੇ ਕਿਹਦੇ ਕਿਹਨਾਂ ਸੰਪਰਕ ਕੀਤਾ। ਹੁਣ ਜਿਹੜੀ 4 ਸ਼ੀਟ ਵਿੱਚ ਇੱਕ 4 ਸ਼ੀਟ ਦੇ ਵਿੱਚ ਗੱਲ ਲਿਖੀ ਗਈ ਆ, ਉਹ ਲਿਖਿਆ ਗਿਆ ਕਿ ਇਹਦੂ ਇੱਕ ਜਿਹੜਾ ਉੱਥੋਂ ਜਿਹੜਾ ਚਲਾਨ ਜਿਹੜਾ ਦਿੱਤਾ ਗਿਆ ਉਹਦੇ ਵਿੱਚ ਸਾਫ਼ ਗੱਲ ਲਿਖੀ ਗਈ ਇੱਕ ਪ੍ਰੈਸ ਨੋਟ ਦਿੱਲੀ ਪੁਲਿਸ
ਅਤੇ ਜਿਹੜੇ ਇਹਨਾਂ ਨੇ ਜ਼ਿੰਮੇਵਾਰੀ ਦੇ ਸਕਰੀਨਸ਼ਾਟ ਲਿੰਕ ਐਵੀਡੈਂਸ ਦੀ ਗੱਲ ਹਜੇ ਜਦੋਂ ਅਸੀਂ ਉੱਥੇ ਐਸਐਸਪੀ ਜਿਹੜੇ ਨੇ ਗੁਰਤੁਰੂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਆਫ ਦਾ ਰਿਕਾਰਡ ਸਾਨੂੰ ਗੱਲ ਦੱਸੀ ਹੈ ਕਿ ਹਜੇ ਅਸੀਂ ਇਕੱਠਾ ਕਰ ਰਹੇ ਹਾਂ। ਕਦੋਂ ਇਕੱਠਾ ਹੋਏਗਾ? ਚਲਾਨ ਸਾਰੇ ਦਿੱਤੇ ਗਏ ਨੇ, ਐਵੀਡੈਂਸਾਂ ਜਿਹੜੀਆਂ ਅੰਦਰ ਚਲੀਆਂ ਗਈਆਂ ਨੇ, ਗਵਾਹਾਂ ਦੇ ਬਿਆਨ ਹੋ ਗਏ ਨੇ। ਆਖਰਕਾਰ ਕਦੋਂ ਇਹ ਚੀਜ਼ਾਂ ਆਉਣਗੀਆਂ? ਜੋ ਲਿੰਕ ਐਵੀਡੈਂਸ ਹੀ ਹੋਏਗਾ ਤਾਂ ਫੇਰ ਹੀ ਕਿਤੇ ਲਾਰੈਂਸ ਬਿਸ਼ਨੋਈ ਵਰਗਿਆਂ ਤੱਕ ਪਹੁੰਚਿਆ ਜਾਵੇਗਾ। ਆਖਰਕਾਰ ਜੇ ਲਿੰਕ ਐਵੀਡੈਂਸ ਮੇਨ ਤੋਂ ਟੁੱਟਦਾ ਤਾਂ ਦੂਜੇ ਵਿਅਕਤੀਆਂ ਤੇ ਵੀ ਜਿਹੜੀ ਕਾਰਵਾਈ ਕਰਨੀ ਜਿਹੜੀ ਉਹ ਕਮਜ਼ੋਰ ਹੋ ਜਾਂਦੀ ਕਿਤੇ ਨਾ ਕਿਤੇ। ਇਹ ਕਾਨੂੰਨੀ ਪ੍ਰਕਿਰਿਆ ਦਾ ਜਿਹੜਾ ਹਿੱਸਾ ਹੈ, ਕਿਉਂਕਿ ਕਾਨੂੰਨੀ ਕਈ ਤੱਥ ਨੇ ਉਹ ਖੰਗਾਲੇ ਗਏ ਨੇ। ਸਾਡੇ ਕਾਨੂੰਨੀ ਮਾਰ ਨਾਲ ਗੱਲ ਹੋਈ ਹੈ ਕਿ ਲਿੰਕ ਐਵੀਡੈਂਸ ਹੈ ਜਿਹੜਾ ਪੰਜਾਬ ਪੁਲਿਸ ਨੂੰ ਹਜੇ ਇੱਕ ਚੁਣੌਤੀ ਬਣਿਆ ਹੋਇਆ ਵੀ ਆਖਰਕਾਰ ਲਿੰਕ ਐਵੀਡੈਂਸ ਕਿਸ ਤਰ੍ਹਾਂ ਇਹਨੂੰ ਜੋੜੀਏ, ਕਿਉਂਕਿ ਲਿੰਕ ਐਵੀਡੈਂਸ ਜੋੜਨਾ ਜ਼ਰੂਰੀ ਹੈ। ਕਿਉਂਕਿ ਲਾਰੈਂਸ ਬਿਸ਼ਨੋਈ ਤੋਂ ਮੋਬਾਈਲ ਲੈਣਾ ਪੈਣਾ, ਉਹ ਮੋਬਾਈਲ ਜਿਹੜਾ ਜੇਲ੍ਹ 'ਚ ਵਰਤ ਰਿਹਾ ਸੀ, ਕਿਹਦੇ ਨਾਲ ਗੱਲ ਕਰ ਰਿਹਾ ਸੀ, ਹੋਰ ਜਿਹੜੇ ਨੰਬਰ ਕਿੰਨਾ ਕਾਲ ਚੱਲ ਰਹੀ ਸੀ, ਕਾਫੀ ਜਿਹੜੇ ਨੇ ਚੁਣੌਤੀਆਂ ਨੇ ਅਜੇ ਤੱਕ ਜਿਹੜੀ ਗੱਲ ਕਰੀਏ ਤਾਂ ਆਪਾਂ। ਪਰ ਦੇਵਾਨੰਦ ਇਹ ਗੱਲ ਬਹੁਤ ਇੰਪੋਰਟੈਂਟ ਹੈ ਜਿਹੜੀ ਤੁਸੀਂ ਦੱਸੀ ਹੈ ਕਿ ਲਿੰਕ ਐਵੀਡੈਂਸ ਬਹੁਤ ਮਸਟ ਹੈ, ਬਹੁਤ ਉੱਥੇ ਹੋਣਾ ਬੜਾ ਜ਼ਰੂਰੀ ਹੈ। ਪਰ ਹਾਲੇ ਤੱਕ ਜੇ ਕੁਝ ਰਿਕਵਰੀਆਂ ਨਹੀਂ ਹੋ ਸਕੀਆਂ ਤਾਂ ਫਿਰ ਉਹਨਾਂ ਰਿਮਾਂਡਸ ਦੇ ਅਸੀਂ ਮਾਇਨੇ ਕੀ ਦੇਖੀਏ। ਠੀਕ ਹੈ, ਤਿਹਾੜ ਜੇਲ੍ਹ 'ਚੋਂ ਚੱਕ ਕੇ ਲਾਰੈਂਸ ਨੂੰ ਮਾਨਸਾ 'ਚ ਪ੍ਰੋਡਿਊਸ ਕਰ ਦਿੱਤਾ ਗਿਆ, ਇਹਨਾਂ ਗੱਲਾਂ 'ਚ ਕੋਈ ਦੁਹਰਾਵਾ ਨਹੀਂ। ਪੰਜਾਬ ਪੁਲਿਸ ਠੀਕ ਹੈ, ਸੁਚੇਤ ਹੈ, ਇਸ ਕੇਸ ਨੂੰ ਬੜਾ ਸੈਂਸਿਟਿਵ ਦੇਖ ਰਹੀ ਹੈ। ਪਰ ਕਦ ਤੱਕ ਜਿਹੜੀ ਫੇਰੀ ਪੰਜਾਬ ਪੁਲਿਸ ਦੀ ਅਸੀਂ ਸੁਭਾਵਿਕ ਮੰਨੀਏ ਕਿ ਤਿਹਾੜ ਜੇਲ੍ਹ 'ਚ ਜਾ ਕੇ ਪੁੱਛ ਪੜਤਾਲ ਕਰਨੀ, ਕੀ ਪੰਜਾਬ ਦੀ ਪੁਲਿਸ ਇਸ ਪੱਖ ਤੇ ਸੋਚ ਰਹੀ ਹੈ ਜਾਂ ਨਹੀਂ? 10ਵੇਂ ਕਾਲਮ ਦੇ ਵਿੱਚ ਲਾਰੈਂਸ ਨੂੰ ਰੱਖਤਾ ਲਿਆ ਗਿਆ ਕਿ ਕਿਵੇਂ ਲਾਰੈਂਸ ਕਾਨਫਰੰਸ ਕਾਲ ਕਰਦਾ ਸੀ, ਕਿਵੇਂ ਸਾਰੀਆਂ ਡਾਇਰੈਕਸ਼ਨਸ ਦਿੱਤੀਆਂ, ਕਿਵੇਂ ਬੁਲੰਦ ਸ਼ਹਿਰ ਤੋਂ AK-47 ਖਰੀਦੀ ਗਈ, ਕਿਵੇਂ ਹਵਾਲੇ ਦੇ ਜ਼ਰੀਏ ਰਾਸ਼ੀ ਮੰਗਵਾਈ ਗਈ। ਪਰ ਲਿੰਕ ਅਪ ਤਾਂ ਕਰਨਾ ਪਏਗਾ ਨਾ। ਅਦਾਲਤਾਂ ਦੇ ਵਿੱਚ ਸਿਰਫ ਅਖਬਾਰੀ ਗੱਲਾਂ ਨਹੀਂ ਚੱਲਣਗੀਆਂ, ਸਿਰਫ ਪੰਜਾਬ ਪੁਲਿਸ ਦੀਆਂ ਉਹ ਗੱਲਾਂ ਨਹੀਂ ਚੱਲਣਗੀਆਂ ਜਿਹੜੀਆਂ ਪਰਸੈਪਸ਼ਨਸ ਤੋਂ ਕ੍ਰੀਏਟ ਹੋਣ। ਉੱਥੇ ਪ੍ਰੂਵ ਕਰਨਾ ਪਏਗਾ ਪੰਜਾਬ ਦੀ ਪੁਲਿਸ ਨੂੰ ਕਿ ਤਿਹਾੜ ਜੇਲ੍ਹ ਦੇ ਵਿੱਚ ਜੇਕਰ ਲਾਰੈਂਸ ਫੋਨ ਵਰਤ ਰਿਹਾ ਸੀ ਤਾਂ ਕਿਹੜੀ ਕੰਪਨੀ ਦਾ ਫੋਨ ਸੀ, ਉਹਦਾ IMI ਨੰਬਰ ਕੀ ਹੈ, ਕਿ ਸਿਮ ਕਾਰਡ ਉਸ ਵਿੱਚ ਸੀ, ਕਿ ਉਸਨੇ ਵਾਈਫਾਈ ਕਾਲਿੰਗ ਦੇ ਜ਼ਰੀਏ ਸੰਪਰਕ ਕੀਤਾ, ਵਾਈਫਾਈ ਦਾ IP ਕੀ ਸੀ, ਸਭ ਕੁਝ ਉਹਤੇ ਪ੍ਰੂਵ ਕਰਨਾ ਪਏਗਾ। ਬਿਲਕੁਲ ਕ੍ਰਿਸ਼ਨ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਜਦੋਂ ਜ਼ਿਕਰ ਉਹ ਮੋਬਾਈਲ ਫੋਨ ਜੀ ਤੇ ਗੱਲ ਕੀਤੀ ਜਾ ਰਹੀ ਸੀ, ਗੋਲਡੀ ਬਰਾੜ ਨੇ ਆਪਣਾ ਲਾਰੈਂਸ ਨੇ ਗੋਲਡੀ ਬਰਾੜ ਨਾਲ ਗੱਲ ਕੀਤੀ, ਉਹ ਮੋਬਾਈਲ ਵੀ ਰਿਕਵਰ ਕਰਨਾ ਪਏਗਾ। ਆਖਰਕਾਰ ਜਿਹੜੋ ਆਪਾਂ ਗੱਲ ਕਰੀਏ ਨੇ ਮਕੂਕਾ ਲੱਗਾ ਤਿਹਾੜ ਜੇਲ੍ਹ 'ਚ ਬੰਦ ਹੈ, ਮੋਬਾਈਲ ਫੋਨ ਅੰਦਰ ਕਿਸ ਤਰ੍ਹਾਂ ਗਿਆ, ਇਹ ਸਭ ਤੋਂ ਵੱਡੀ ਗੱਲ ਹੈ। ਕਿਸ ਤਰ੍ਹਾਂ ਗਿਆ ਉਹ ਮੋਬਾਈਲ ਫੋਨ ਤੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਕਾਰਵਾਈ ਕਰਨੀ ਬਣੇਗੀ, ਕਿਉਂਕਿ ਕਿਹੜੇ ਮੁਲਾਜ਼ਮ ਡਿਊਟੀ ਸੀ, ਆਖਰਕਾਰ ਕਿਸ ਤਰ੍ਹਾਂ ਲੱਗੇ। ਜਦੋਂ ਗੱਲ ਕੀਤੀ ਜਾਂਦੀ ਹੈ ਕਿ ਚਿੜੀ ਨਹੀਂ ਫਰ ਮਾਰ ਸਕਦੀ, ਜਦੋਂ ਕਹਿੰਦੇ ਪੂਰੀ ਸਿਕਿਉਰਿਟੀ ਹੁੰਦੀ ਹੈ, ਤੇ ਹੁਣ ਜਿਹੜੇ ਲਾਰੈਂਸ ਬਿਸ਼ਨੋਈ ਵਰਗੇ ਵਿਅਕਤੀ ਨੇ ਉਹਨਾਂ ਕੋਲ ਅੰਦਰ ਫੋਨ ਜਾਂਦੇ ਨੇ ਤਾਂ ਫੋਨ ਤੋਂ ਬਾਅਦ ਰਿਕਵਰ ਨਹੀਂ ਹੁੰਦੇ। ਠੀਕ ਹੈ, ਸਭ ਤੋਂ ਵੱਡੀ ਗੱਲ ਉਸ ਤੋਂ ਬਾਅਦ ਉਹਨੂੰ ਸਿੱਧੂ ਮੂਸੇ ਦੇ ਪਿਤਾ ਵੀ ਕਹਿ ਰਹੇ ਨੇ ਕਿ VIP ਟ੍ਰੀਟਮੈਂਟ ਦਿੱਤਾ ਜਾ ਰਿਹਾ। ਇਸ ਤੋਂ ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਪੁਲਿਸ ਦੀ ਭੂਮਿਕਾ ਕਿਤੇ ਨਾ ਕਿਤੇ ਸ਼ੱਕ ਦੇ ਘਿਰ 'ਚ, ਚਾਹੇ ਸਿੱਧੂ ਮੂਸੇ ਦੇ ਪਿਤਾ ਵੀ ਕਿਤੇ ਗੱਲ ਕਰ ਰਹੇ ਨੇ ਕਿ ਉਹਨਾਂ ਨੂੰ ਬੁਲਟ ਪ੍ਰੂਫ ਗੱਡੀਆਂ ਦਿੱਤੀਆਂ ਜਾਂਦੀਆਂ ਨੇ, 200 ਮੁਲਾਜ਼ਮ ਉਹਨਾਂ ਤੇ ਜਿਹੜਾ ਸਿਕਿਉਰਿਟੀ ਤੇ ਲਾਇਆ ਜਾਂਦਾ। ਤੇ ਲੇਕਿਨ ਹੁਣ ਜਿਹੜਾ ਲਿੰਕ ਐਵੀਡੈਂਸ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਵੀ ਗੱਲ ਆ ਰਹੀ ਹੈ ਕਿ ਇਹਨਾਂ ਨੇ ਹਜੇ ਤੱਕ ਪਿੱਛੇ ਜਿਹੜੀ ਹੈ ਉਹ ਕਾਰਵਾਈ ਕਰਨੀ, ਕੋਈ ਚਲਾਨ ਦੇ ਦਿੱਤਾ ਗਿਆ। ਸਭ ਤੋਂ ਵੱਡੀ ਗੱਲ ਹੈ ਕ੍ਰਿਸ਼ਨ, ਚਲਾਨ ਜਿਹੜਾ ਦੇ ਦਿੱਤਾ ਗਿਆ ਉਹ ਹੁਣ ਅਦਾਲਤ 'ਚ ਹੈ। ਅਦਾਲਤ ਇਕੱਲੀ ਗੱਲਾਂ ਨਹੀਂ ਮੰਨੇਗੀ, ਨਾ ਅਖਬਾਰੀ ਗੱਲਾਂ ਮੰਨੇਗੀ, ਉਹ ਤਾਂ ਸਬੂਤ ਤੇ ਚੱਲੇਗੀ। ਆਖਰਕਾਰ ਤੁਹਾਡੇ ਕੋਲ ਸਬੂਤ ਕੀ ਹੈ, ਐਵੀਡੈਂਸ ਕੀ ਹੈ? ਜੇਕਰ ਐਵੀਡੈਂਸ ਹੋਏਗੀ ਫੇਰ ਉਸ ਤੋਂ ਗੱਲ ਚੱਲੇਗੀ, ਨਾਲ ਐਵੀਡੈਂਸ ਤੋਂ ਬਿਨਾਂ ਗੱਲ ਕਿਸ ਤਰ੍ਹਾਂ ਚੱਲੇਗੀ? ਇਸ ਲਈ ਪੁਲਿਸ ਲਈ ਇੱਕ ਚੁਣੌਤੀ ਹੈ, ਕਿਉਂਕਿ ਇਸ ਕੇਸ ਨੂੰ ਸਜ਼ਾ ਕਰਾਉਣਾ, ਕੇਸ ਨੂੰ ਸਿਰੇ ਲਾਉਣਾ। ਜਿੰਨਾ ਕੇਸ ਮਜ਼ਬੂਤ ਹੋਏਗਾ ਉਹਨਾਂ ਜਿੰਨੀ ਐਵੀਡੈਂਸਾਂ ਹੋਣਗੀਆਂ ਉਸ ਤੋਂ ਬਾਅਦ ਹੀ ਉਹਨਾਂ ਨੂੰ ਸਜ਼ਾ ਮਿਲ ਸਕਦੀ ਹੈ। ਆਖਰਕਾਰ ਜੇ ਪਹਿਲਾਂ ਹੀ ਕੇਸ ਮਜ਼ਬੂਤ ਜਿਹੜਾ ਕਿ ਆਪਾਂ ਮਜ਼ਬੂਤ ਨਾ ਅੰਦਰ ਅਦਾਲਤ ਦੇਈਏ ਤੇ ਕੋਰਟ ਆ ਜਿਹੜੀ ਉਹ ਆਪਣਾ ਕਾਨੂੰਨੀ ਪ੍ਰਕਿਰਿਆ ਹਿਸਾਬ ਨਾਲ ਹੀ ਕਾਰਵਾਈ ਕਰੇਗੀ ਨਾ। ਆਖਰਕਾਰ ਆਪਾਂ ਸਜ਼ਾ ਦੀ ਗੱਲ ਕਰਦੇ ਹਾਂ ਲਾਰੈਂਸ ਬਿਸ਼ਨੋਈ ਤੇ ਆ ਕੇ ਦੇਖ ਲੈਂਦੇ ਹਾਂ ਕਿ ਆਖਰਕਾਰ ਪੁਲਿਸ ਵੱਲੋਂ ਕੀ ਤੱਥ ਦਿੱਤੇ ਗਏ ਨੇ। ਗੋਲਡੀ ਬਰਾੜ ਦਾ ਉਧਰ ਫੋਨ ਹੈ, ਉਹ ਕਹਿ ਜਾਂਦਾ ਕਿ ਜਿਹੜੀ ਹੈ ਕਿ ਸਿਗਨਲ ਜਿਹੜੀ ਐਪ ਉਹਦੇ ਗੱਲ ਕਰਦਾ ਉਹਦੇ ਸਬੂਤ ਨਹੀਂ ਹੁੰਦਾ। ਬਿਲਕੁਲ ਦੇਵਾਨੰਦ, ਬਹੁਤ ਸ਼ੁਕਰੀਆ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਕਿ ਆਖਰਕਾਰ ਪੰਜਾਬ ਦੀ ਪੁਲਿਸ ਕਿਵੇਂ ਇਸ ਐਵੀਡੈਂਸ ਨੂੰ ਲਿੰਕ ਅਪ ਕਰੇਗੀ।